ਕਾਂਗਰਸ ਦੀ ਲੀਡਰਸ਼ਿਪ ਦਾ ਕਹਿਣਾ ਕਿ ਸਾਡਾ ਪੰਜਾਬ 'ਚ ਕੋਈ ਅਲਾਇੰਸ ਨਹੀਂ, ਲੇਕਿਨ ਰਾਸ਼ਟਰੀ ਪੱਧਰ ਤੇ ਸਾਡਾ ਅਲਾਇੰਸ ਹੋਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਇਹ ਸੱਚਮੁੱਚ ਇਹਨਾਂ ਦਾ ਅਲਾਇੰਸ ਨਹੀਂ ਹੈਗਾ ਜਾਂ ਇਹ ਜਾਣ-ਬੁੱਝ ਕੇ ਐਵੇਂ ਬੇਵਕੂਫ ਬਣਾ ਰਹੇ ਆ ਵੋਟਰਾਂ ਨੂੰ। प्रोग्रेसिव और लैफ्ट पार्टियां का गठजोड़ होया, इंडिया नाम रखा गया ਉਹਦਾ ਕਿ ਸਾਡਾ ਮੇਨ ਏਮ ਸਾਡੇ ਹਿੰਦੁਸਤਾਨ 'ਚ ਡੈਮੋਕ੍ਰੇਸੀ ਔਰ ਕਨਸਟੀਟਿਊਸ਼ਨ ਨੂੰ ਬਚਾਉਣਾ, ਜਿਹੜਾ ਕਿ ਮੋਦੀ ਦੀ ਅਗਵਾਈ ਵਿੱਚ RSS ਦੀ ਵਿਚਾਰਧਾਰਾ ਦੇ ਅਨੁਸਾਰ ਹਿੰਦੁਸਤਾਨ 'ਚ ਡੈਮੋਕ੍ਰੇਸੀ ਵੀ ਖਤਰੇ 'ਚ ਹੈ ਔਰ ਉਹਨੂੰ ਕੁਚਲਿਆ ਜਾ ਰਿਹਾ। ਨਾ ਬੋਲਣ ਦੀ ਆਜ਼ਾਦੀ ਹੈ, ਨਾ ਡੈਮੋਕ੍ਰੇਟਿਕ ਰਾਈਟ, ਸਾਡੇ ਹਿਊਮਨ ਰਾਈਟ ਜਿਹੜੀ ਉਹ ਵੀ ਵਾਇਲੇਸ਼ਨ ਹੋ ਰਹੀ ਹੈ। ਸਾਰੀ ਦੁਨੀਆ ਸਾਡੀ ਤੋਂ ਹੋ ਰਹੀ ਹੈ। ਜ਼ਰੂਰੀ ਨਹੀਂ ਇਹ ਸਾਰੇ ਹਿੰਦੁਸਤਾਨ 'ਚ ਕੰਬਾਈਨ ਜਿਹੜਾ ਕੰਬੀਨੇਸ਼ਨ ਬਣ ਜਾਵੇ। ਕੁਝ ਥਾਂ 'ਤੇ ਇੱਦਾਂ ਦੀਆਂ ਰੀਜਨਲ ਪਾਰਟੀਆਂ ਦੇ ਨਾਲ ਆਪਸ ਵਿੱਚ ਮਤਭੇਦ ਹੈਗੇ ਜਿੱਥੇ ਪੋਸੀਬਿਲਿਟੀ ਨਹੀਂ। ਜਿਵੇਂ ਕੇਰਲਾ 'ਚ ਮੇਨ ਪਾਰਟੀਆਂ ਹੀ ਕਾਂਗਰਸ ਹੈ, ਆਪੋਜੀਸ਼ਨ ਔਰ ਕਮਿਊਨਿਸਟ ਹੈ। ਉੱਥੇ ਫੈਸਲਾ ਇਹ ਹੈ ਵੀ ਕੋਈ ਵੀ ਜਿੱਤ ਜਾਵੇ ਔਰ ਇੰਡੀਆ ਦੇ ਅਲਾਇੰਸ ਨਾਲ ਹੀ ਰਹਿਣ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸੀਰੀਅਸਲੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਸ਼ਾਇਦ ਇਹ ਇਕੱਠੇ ਨਹੀਂ ਚੱਲਣ? ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਆਪੋਜੀਸ਼ਨ ਦਾ ਰੋਲ ਕਰ ਰਹੀ ਹੈ। ਸੈਕੰਡ ਹੈ ਵੀ ਦੇ ਫੀਲ ਰੈਂਕ ਐਂਡ ਫਾਈਲ ਫੀਲ ਕਰਦਾ ਜਿੱਤ ਜਾਣਾ, ਇਹ ਉਹਨਾਂ ਦੇ ਅਹਿਸਾਸ ਹੈ, ਮਤਲਬ ਕੌਨਫੀਡੈਂਸ ਹਾਈ ਹੋਇਆ। ਜਿੱਤ ਦੇਖਣੀ ਉਹ ਗੱਲ ਵੱਖਰੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਲੇ ਰੂਪ 'ਚ ਲੜਦੀ ਹੈ, ਤਾਂ ਫਿਰ ਇੰਡੀਆ ਦਾ ਪਾਰਟ ਤੁਸੀਂ ਕਿਵੇਂ ਬਣ ਸਕਦੇ ਹੋ ਪੰਜਾਬ? ਕਮਿਊਨਿਸਟ ਪਾਰਟੀਆਂ ਇੰਡੀਆ ਦੀਆਂ ਕੋਈ ਵੀ ਅਸੀਂ ਇੱਦਾਂ ਦਾ ਦਾਅਪੇਸ਼ ਨਹੀਂ ਅਪਣਾਵਾਂਗੇ ਜਿਨ੍ਹਾਂ ਨਾਲ ਫਾਇਦਾ BJP ਨੂੰ ਹੁੰਦਾ। ਲਿਬਰੇਸ਼ਨ ਦੇ ਝੰਡੇ ਥੱਲੇ, ML ਵਾਲੇ ਆਪਣੇ ਝੰਡੇ ਥੱਲੇ, ਜੇ ਸਾਰੇ ਇਸ ਤਰ੍ਹਾਂ ਚੋਣ ਲੜਦੇ ਆ ਆਪਣੇ ਆਪ ਨੂੰ ਓਪਨ ਕਰਕੇ, ਤਾਂ ਕਿੰਨਾ ਕੁ ਆਧਾਰ ਆ ਪੰਜਾਬ? ਅੱਜ ਦੀ ਸਿਚੁਏਸ਼ਨ 'ਚ ਐਡੀ ਵੱਡੀ ਪਾਰਟੀ ਤਾਂ ਲੈਫਟ ਹੈ ਨਹੀਂ ਜਿੱਤਣ ਦੇ ਪੋਸੀਬਿਲਿਟੀ ਹੋਵੇ, ਪਰ ਵੋਟਾਂ ਅਸੀਂ ਚੰਗੀਆਂ ਲਿਜਾ ਸਕਦੇ ਹਾਂ। ਫਾਰ ਐਗਜ਼ਾਮਪਲ ਜੇ ਅਸੀਂ ਜਿਹੜੇ 7-8 ਗਰੁੱਪ ਹੈ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਵੀ ਆਰ ਏ ਫੋਰਸ। ਅੱਜ ਦੀ ਸਿਚੁਏਸ਼ਨ ਨਕਸਲਾਈਟ ਗਰੁੱਪ ਜਿਹੜੇ ਵੋਟਾਂ 'ਚ ਵਿਸ਼ਵਾਸ ਨਹੀਂ ਕਰਦੇ, ਉਹ ਵੀ ਇਸ ਗੱਲ 'ਤੇ ਸਹਿਮਤ ਹੈ ਵੀ ਮੋਦੀ ਜ਼ਰੂਰ ਫਾਸਲੇ ਹਰਾਉਣਾ ਚਾਹੀਦਾ। ਸਵਾਗਤ ਹੈ ਤੁਹਾਡਾ ਸਾਂਝਾ TV 'ਚ। ਮੈਂ ਹਾਂ ਮਦਨਦੀਪ ਔਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਟ੍ਰੇਟ ਟਾਕ, ਜਿਹਦੇ ਵਿੱਚ ਮੈਂ ਖਾਸ ਮਹਿਮਾਨ ਨਾਲ ਤੁਹਾਡੀ ਹਰ ਵੀਕ ਮੁਲਾਕਾਤ ਕਰਾਉਣਾ। ਹਰੇਕ ਐਤਵਾਰ ਮੇਰਾ ਇਹ ਪ੍ਰੋਗਰਾਮ ਤੁਸੀਂ ਦੇਖਦੇ ਹੋ, ਜਿਹਦੇ ਵਿੱਚ ਕਿਸੇ ਖਾਸ ਮਹਿਮਾਨ ਨਾਲ ਮੈਂ ਮੁਲਾਕਾਤ ਕਰਦਾ ਹਾਂ। ਅੱਜ ਮੇਰੇ ਨਾਲ ਜਿਹੜੀ ਖਾਸ ਸ਼ਖਸੀਅਤ ਆ ਉਹ ਨੇ ਬੰਤ ਬਰਾੜ, ਜਿਹੜੇ ਕਿ ਸੈਕਟਰੀ ਨੇ CPI ਪੰਜਾਬ ਦੇ। ਆਓ ਪਹਿਲਾਂ ਸਵਾਗਤ ਕਰਦੇ ਹਾਂ। ਸਵਾਗਤ ਹੈ ਜੀ ਬਰਾੜ ਸਾਹਿਬ। ਧੰਨਵਾਦ ਜੀ, ਧੰਨਵਾਦ। ਬਰਾੜ ਸਾਹਿਬ ਬਹੁਤ ਅਹਿਮ ਸ਼ਖਸੀਅਤ ਨੇ। ਮੈਂ ਇਹਨਾਂ ਨੂੰ ਉਦੋਂ ਦਾ ਜਾਣਦਾ ਹਾਂ ਜਦੋਂ ਇਹ ਜਵਾਨ ਸਨ ਔਰ ਮੈਂ ਨਿਆਣਾ ਸੀ, ਔਰ ਮੈਂ ਇਹਨਾਂ ਨੂੰ ਦੇਖਦਾ ਹੁੰਦਾ ਸੀ ਕਿ ਕਿਵੇਂ ਇਹ ਕਮਿਊਨਿਸਟ ਲਹਿਰ ਨੂੰ ਅੱਗੇ ਲੈ ਕੇ ਜਾ ਰਹੇ ਨੇ ਅਤੇ ਕਿਹੋ ਜਿਹੀਆਂ ਗੱਲਾਂ ਕਰਦੇ ਨੇ, ਇਨਕਲਾਬ ਦੀਆਂ ਗੱਲਾਂ ਕਰਦੇ ਨੇ, ਯੁੱਗ ਦੀਆਂ ਤਬਦੀਲੀਆਂ ਦੀਆਂ ਗੱਲਾਂ ਕਰਦੇ ਨੇ। ਕਿ ਇਹ ਸੰਭਵ ਹੈ ਜਾਂ ਨਹੀਂ, ਇਹ ਵੱਖਰਾ ਸਵਾਲ ਆ ਜਿਹੜਾ ਕਿ ਅੱਜ ਵੀ ਬਣਿਆ ਹੋਇਆ ਹੈ। ਲੇਕਿਨ ਬੰਤ ਬਰਾੜ ਹੋਣੀ ਆਪਣੇ ਇਰਾਦੇ ਦੇ ਪੱਕੇ ਨੇ ਅਤੇ ਉਵੇਂ ਹੀ ਮੈਨੂੰ ਅੱਜ ਵੀ ਮਿਲੇ ਨੇ। ਅੱਜ ਮੈਂ CPI ਦੀ ਜਿਹੜਾ ਚੰਡੀਗੜ੍ਹ ਦੇ ਵਿੱਚ CPI ਦਾ ਦਫ਼ਤਰ ਹੈ, ਮੈਂ ਉਸ ਦਫ਼ਤਰ ਦੇ ਵਿੱਚ 21 ਸੈਕਟਰ 'ਚ ਮੌਜੂਦ ਹਾਂ। ਔਰ ਅੱਜ ਗੱਲਬਾਤ ਕਰਕੇ ਖੁੱਲ੍ਹ ਕੇ ਪੁੱਛਾਂਗੇ ਇਹਨਾਂ ਤੋਂ ਕਿ ਤੁਹਾਡੇ ਮਕਸਦ ਦੀ ਪੂਰਤੀ ਦਾ ਕੀ ਬਣਿਆ, ਔਰ ਅੱਗੇ ਜਾ ਕੇ, ਕਿਉਂਕਿ ਲੋਕ ਸਭਾ ਚੋਣਾਂ ਪੰਜਾਬ 'ਚ ਆ ਰਹੀਆਂ, ਲੋਕ ਸਭਾ ਚੋਣਾਂ ਦੇ ਵਿੱਚ ਕਮਿਊਨਿਸਟ ਪੰਜਾਬ ਦੇ ਅੰਦਰ ਇਹਨਾਂ ਦੀ ਕੀ ਭੂਮਿਕਾ ਰਹੇਗੀ। ਔਰ ਇਹ ਵੀ ਪੁੱਛਾਂਗੇ ਕਿ ਜਿਹੜਾ ਇਸ ਵੇਲੇ ਅਲਾਇੰਸ ਹੈ ਇੰਡੀਆ ਦਾ, ਉਹਦੇ ਵਿੱਚ ਪੰਜਾਬ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਹ ਪੰਜਾਬ ਦੀ ਰਾਜਨੀਤੀ ਨੂੰ ਕਿਵੇਂ ਸਮਝ ਰਹੀ ਹੈ। ਤਾਂ ਸਵਾਗਤ ਜੀ ਬਰਾੜ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ। ਧੰਨਵਾਦ ਜੀ, ਧੰਨਵਾਦ ਜੀ। ਮੇਰਾ ਸਭ ਤੋਂ ਪਹਿਲਾ ਸਵਾਲ ਹੀ ਤੁਹਾਨੂੰ ਇਹ ਆ ਕਿ ਇਸ ਵੇਲੇ ਸਾਡੇ ਸਿਰ 'ਤੇ ਲੋਕ ਸਭਾ ਚੋਣਾਂ ਹੈ ਪੰਜਾਬ ਦੇ ਸਿਰ 'ਤੇ, ਔਰ ਪੰਜਾਬ ਦੇ ਅੰਦਰ ਆ ਕੇ ਜਿਸ ਤਰ੍ਹਾਂ ਦੀ ਰਾਜਨੀਤੀ ਹੋ ਰਹੀ ਆਮ ਆਦਮੀ ਪਾਰਟੀ ਔਰ ਕਾਂਗਰਸ ਵੱਲੋਂ, ਬਿਲਕੁਲ ਆਮੋ ਸਾਹਮਣੇ ਨੇ ਇਸ ਵੇਲੇ ਉਹ। ਔਰ ਇੰਡੀਆ ਅਲਾਇੰਸ ਦੀ ਜਿਹੜੀ ਗੱਲ ਚੱਲ ਰਹੀ ਹੈ ਉਹਦੇ ਵਿੱਚ ਵੀ ਉਹ ਮੁਨਕਰ ਹੋ ਰਹੇ ਨੇ, ਖਾਸ ਕਰਕੇ ਕਾਂਗਰਸ ਦੀ ਲੀਡਰਸ਼ਿਪ ਮੁਨਕਰ ਆ। ਕਾਂਗਰਸ ਦੀ ਲੀਡਰਸ਼ਿਪ ਦਾ ਕਹਿਣਾ ਕਿ ਸਾਡਾ ਪੰਜਾਬ 'ਚ ਕੋਈ ਅਲਾਇੰਸ ਨਹੀਂ, ਲੇਕਿਨ ਰਾਸ਼ਟਰੀ ਪੱਧਰ ਤੇ ਸਾਡਾ ਅਲਾਇੰਸ ਹੋਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ। ਤਾਂ ਕੀ ਇਸ ਤਰ੍ਹਾਂ ਸੰਭਵ ਹੋ ਸਕਦਾ ਹੈ ਕਿ ਸੱਚਮੁੱਚ ਇਹਨਾਂ ਦਾ ਅਲਾਇੰਸ ਨਹੀਂ ਹੈਗਾ ਜਾਂ ਇਹ ਜਾਣ-ਬੁੱਝ ਕੇ ਐਵੇਂ ਬੇਵਕੂਫ ਬਣਾ ਰਹੇ ਆ ਵੋਟਰਾਂ ਨੂੰ? ਦੇਖੋ ਮਦਨ ਜੀ, ਗੱਲ ਇਹ ਹੈ ਵੀ ਇੱਕ ਤਾਂ ਇਹ ਸਵਾਗਤਯੋਗ ਕਦਮ ਹੈ ਕਿ ਸਾਰੇ ਦੇਸ਼ ਵਿੱਚ 28 ਪਾਰਟੀਆਂ ਦੇ ਲਗਭਗ ਪ੍ਰੋਗਰੈਸਿਵ ਔਰ ਲੈਫਟ ਪਾਰਟੀਆਂ ਦਾ ਗਠਜੋੜ ਹੋਇਆ, ਇੰਡੀਆ ਨਾਮ ਰੱਖਿਆ ਗਿਆ ਉਹਦਾ। ਔਰ
ਔਰ ਉਹ ਸਾਰੇ ਹਿੰਦੁਸਤਾਨ 'ਚ ਆਪਣਾ ਕੰਪੇਨ ਚਲਾ ਰਹੇ ਹੈ। ਸੀਟਾਂ ਦੀ ਵੰਡ ਵੰਡਾ ਵੀ ਹੋ ਰਹੀ ਹੈ ਔਰ ਪ੍ਰਿੰਸੀਪਲ ਵੀ ਤੈਅ ਹੋ ਗਏ ਵੀ ਸਾਡਾ ਮੇਨ ਏਮ ਸਾਡੇ ਹਿੰਦੁਸਤਾਨ 'ਚ ਡੈਮੋਕ੍ਰੇਸੀ ਔਰ ਕਨਸਟੀਟਿਊਸ਼ਨ ਨੂੰ ਬਚਾਉਣਾ, ਜਿਹੜਾ ਕਿ ਮੋਦੀ ਦੀ ਅਗਵਾਈ ਵਿੱਚ RSS ਦੀ ਵਿਚਾਰਧਾਰਾ ਦੇ ਅਨੁਸਾਰ ਹਿੰਦੁਸਤਾਨ 'ਚ ਡੈਮੋਕ੍ਰੇਸੀ ਵੀ ਖਤਰੇ 'ਚ ਹੈ ਔਰ ਉਹਨੂੰ ਕੁਚਲਿਆ ਜਾ ਰਿਹਾ। ਨਾ ਬੋਲਣ ਦੀ ਆਜ਼ਾਦੀ ਹੈ, ਨਾ ਡੈਮੋਕ੍ਰੇਟਿਕ ਰਾਈਟ, ਸਾਡੇ ਹਿਊਮਨ ਰਾਈਟ ਜਿਹੜੇ ਉਹ ਵੀ ਵਾਇਲੇਸ਼ਨ ਹੋ ਰਹੀ ਹੈ। ਸਾਰੀ ਦੁਨੀਆ 'ਚ ਸਾਡੀ ਤੋਹ ਹੋ ਰਹੀ ਹੈ। ਇਸ ਨੂੰ ਕਿਵੇਂ ਬਚਾਇਆ ਜਾਵੇ? 10 ਸਾਲ ਦਾ ਸਮਾਂ ਬਹੁਤ ਹੁੰਦਾ ਹੈ ਔਰ ਹੁਣ ਮਹਿਸੂਸ ਕਰ ਲਿਆ ਹਿੰਦੁਸਤਾਨ ਦੇ ਲੋਕਾਂ ਨੇ ਵੀ, ਪਾਰਟੀਆਂ ਨੇ ਵੀ, ਕਿ ਅਸੀਂ ਅੱਡੋਡੀ ਰਹਿ ਕੇ ਅਸੀਂ ਇਹ ਫਾਸਿਜ਼ਮ ਜਾਂ ਡੈਮੋਕ੍ਰੇਸੀ ਦੇ ਐਂਟੀ ਲੋਕਾਂ ਨੂੰ ਅਸੀਂ ਮੌਕਾ ਦਿੱਤਾ। ਇਹ ਵੈਲਕਮ ਕਰਨ ਵਾਲੀ ਕਦਮ ਹੈ ਔਰ ਇਹਦੇ 'ਚ ਕੀ ਹੁੰਦਾ ਹੈ ਤਾਂ ਟਾਈਮ ਅੱਗੇ ਦੱਸੂਗਾ। ਔਰ ਇੱਕ ਗੱਲ ਤੇ ਡਿਟਰਮਿਨਡ ਹੈ ਸਾਰੀਆਂ ਇਹ ਪਾਰਟੀਆਂ ਕਿ ਅਸੀਂ ਮੋਦੀ ਦੇ ਖਿਲਾਫ ਇਕੱਠੇ ਹਾਂ, ਨੰਬਰ 1। ਸੈਕੰਡ ਇਹ ਹੈ ਵੀ ਇਹ ਵੀ ਕੋਸ਼ਿਸ਼ ਕੀਤੀ ਹੈ 1 to 1 ਸਾਰੇ ਹਿੰਦੁਸਤਾਨ 'ਚ ਇਹਦਾ ਮੁਕਾਬਲਾ ਜੇ ਕਰਨਾ, ਇਹਨੂੰ ਹਰਾਉਣਾ ਤਾਂ 1 to 1 ਹੀ ਫਾਈਟ ਕੀਤਾ ਜਾਵੇ, ਸਾਡੇ ਆਪਣੀ ਡਿਵੀਜ਼ਨ ਘਟਾ ਕੇ। ਉਹਦੇ ਵਿੱਚ ਕਈ ਪ੍ਰੋਬਲਮਾਂ ਆਉਣੀਆਂ, ਜ਼ਰੂਰੀ ਨਹੀਂ ਇਹ ਸਾਰੇ ਹਿੰਦੁਸਤਾਨ 'ਚ ਕੰਬਾਈਨ ਜਿਹੜਾ ਕੰਬੀਨੇਸ਼ਨ ਬਣ ਜਾਵੇ। ਕਈ ਥਾਂ ਤੇ ਉਹਨਾਂ ਨੇ ਮੰਨਿਆ ਵੀ ਹੈ, ਕੁਝ ਥਾਂ ਤੇ ਇੱਦਾਂ ਦੀਆਂ ਰੀਜਨਲ ਪਾਰਟੀਆਂ ਦੇ ਨਾਲ ਆਪਸ ਵਿੱਚ ਮਤਭੇਦ ਹੈਗੇ ਜਿੱਥੇ ਪੋਸੀਬਿਲਿਟੀ ਨਹੀਂ। ਬਹੁਤੇ ਥਾਂ ਤੇ ਵੱਡੀਆਂ ਜਿਹੜੀਆਂ ਸਟੇਟਾਂ ਉੱਥੇ ਹੋ ਜਾਣਾ, ਜਿਵੇਂ ਕੇਰਲਾ 'ਚ ਮੇਨ ਪਾਰਟੀਆਂ ਹੀ ਕਾਂਗਰਸ ਹੈ, ਪੋਜੀਸ਼ਨ ਔਰ ਕਮਿਊਨਿਸਟ ਹੈ। ਉੱਥੇ ਫੈਸਲਾ ਇਹ ਹੈ ਵੀ ਕੋਈ ਵੀ ਜਿੱਤ ਜਾਵੇ ਔਰ ਇੰਡੀਆ ਦੇ ਅਲਾਇੰਸ ਨਾਲ ਹੀ ਰਹਿਣਗੇ। ਇਹ ਫਰੈਂਡਲੀ ਫਾਈਟ ਹੈ। ਇਸੇ ਤਰ੍ਹਾਂ ਪੱਛਮੀ ਬੰਗਾਲ 'ਚ ਹੈ, ਇੱਥੇ ਪੋਸੀਬਿਲਿਟੀ ਘੱਟ ਲੱਗਦੀ ਹੈ ਲੈਫਟ ਦੀ, ਜਿੱਦਾਂ ਲੈਫਟ ਦੀ ਕੰਟਰਡਿਕਸ਼ਨ ਮਮਤਾ ਦੇ ਨਾਲ ਹੈਗੀ ਹੈ, ਉਹ ਲੋਕਲ ਰਹੂਗੀ, ਪਰ ਜਿਹੜਾ ਜਿੱਤ ਜੂਗਾ ਉਸੇ ਨਾਲ ਰਹੂਗਾ। ਇੱਦਾਂ ਹੋਰ ਸਟੇਟਾਂ ਵੀ ਹੋ ਸਕਦੀਆਂ, ਹੋਰ ਸਟੇਟਾਂ ਵੀ ਜਿੱਥੇ ਇੱਦਾਂ ਦੀ ਆ ਗੱਲ ਲੈਫਟ ਜਿਹੜਾ ਆਪਸ ਵਿੱਚ ਮਤਲਬ ਤੁਹਾਨੂੰ ਇਹ ਲੱਗਦਾ ਹੈ ਕਿ ਵੈਸਟ ਬੰਗਾਲ ਦੇ ਵਿੱਚ CPM ਮਮਤਾ ਦੇ ਨਾਲ ਚੱਲਣ ਦੇ ਤੋਂ ਇਨਕਾਰੀ ਹੈ, ਨਹੀਂ ਮੰਨੇਗੀ? ਦੇਖੋ ਪੋਜੀਸ਼ਨ ਉੱਥੇ ਇਹ ਨਹੀਂ ਪਤਾ, ਮੈਂ ਨਹੀਂ ਕੁਝ ਕਹਿ ਸਕਦਾ ਇੱਥੇ ਬੈਠਾ ਵੀ ਹੋਊਗਾ ਕਿ ਨਹੀਂ, ਪਰ ਜਿਹੜਾ ਪਿਛਲੀ ਡਿਵੈਲਪਮੈਂਟ ਹੋਈ ਹੈ ਸਾਡੀ ਕੰਟਰਾਡਿਕਸ਼ਨ ਮੇਨਲੀ CPM CPI ਇਹਦੀ ਮਮਤਾ ਬੈਨਰਜੀ ਨਾਲ ਬਹੁਤ ਕੰਟਰਾਡਿਕਸ਼ਨ ਰਹੀ ਹੈ। ਵਾਇਲੈਂਸ ਵੀ ਹੋਈ, ਨੁਕਸਾਨ ਵੀ ਹੋਇਆ। ਜਦੋਂ ਸਾਡੀ ਪਾਵਰ ਸੀ ਉਦੋਂ ਉਹਨਾਂ ਦੇ ਖਿਲਾਫ ਮਮਤਾ ਮੇਨ ਆਪੋਜੀਸ਼ਨ ਸੀ, ਮਮਤਾ ਆ ਗਈ ਤਾਂ ਇਹਨਾਂ ਨੇ ਸਾਡੇ ਲੈਫਟ ਦੀਆਂ ਕਾਫੀ ਨੁਕਸਾਨ ਕੀਤਾ। ਮਤਲਬ ਕੰਟਰਾਡਿਕਸ਼ਨ ਥੱਲੇ ਤੱਕ ਬਣ ਗਈ, ਇੱਕ ਨੰਬਰ। ਦੂਜਾ ਵੀ ਜਿਹੜੀਆਂ ਮਮਤਾ ਦੀਆਂ ਨੈਗੇਟਿਵ ਪਾਲਿਸੀਆਂ ਉਹਨੂੰ ਲੈਫਟ ਵਾਲੇ ਜਿਹੜੇ ਹੈ ਉਹ ਇਸ ਸਮੇਂ 'ਚ ਸਟੇਟ ਪਾਵਰ ਦੇ ਨਾਲ ਸਮਝੌਤਾ ਕਰ ਲੈਣਗੇ, ਇਹ ਮੁਸ਼ਕਿਲ ਲੱਗਦਾ। ਕੋਸ਼ਿਸ਼ ਹੋ ਰਹੀ ਹੈ, ਲੈਟ ਅਸ ਸੀ ਕਿਵੇਂ, ਪਰ ਮੁਸ਼ਕਿਲ ਹੈ। ਉਹਦੇ 'ਚ ਇਹ ਪੋਸੀਬਲ ਹੈ ਵੀ ਕਾਂਗਰਸ ਲੈਫਟ ਨੂੰ ਛੱਡ ਕੇ ਕਾਂਗਰਸ ਮਮਤਾ ਦੇ ਨਾਲ ਬਣ ਜਾਵੇ। ਮੇਨਲੀ ਬੁਰਜੂਆ ਪਾਰਟੀਆਂ ਪੁਰਾਣੀ ਮਮਤਾ ਵਿੱਚੋਂ ਨਿਕਲੀ ਹੈ, ਇਕੱਠੀਆਂ ਹੋ ਜਾਣ। ਪਰ ਪੋਸੀਬਿਲਿਟੀ ਇਹ ਹੈ ਕਿ ਉੱਥੇ ਮੋਦੀ ਨੂੰ ਬੁਰੀ ਤਰ੍ਹਾਂ ਹਰਾਇਆ ਜਾ ਸਕਦਾ ਵੈਸਟ ਬੰਗਾਲ ਦੇ ਨਹੀਂ, ਵਿੱਚ। ਪਰ CPM ਜਿਹੜਾ ਨੁਕਸਾਨ ਕਰੇਗੀ ਇਹਦੇ ਬਾਵਜੂਦ ਕਿਵੇਂ ਉੱਥੇ ਸੰਭਵ ਹੋ ਸਕਦਾ ਹੈ? ਕਿਉਂਕਿ CPM ਦਾ ਵੋਟ ਬੈਂਕ ਤਾਂ ਹੈ ਹੀ ਹੈ, ਬੇਸ਼ੱਕ ਉਹਦਾ ਉਮੀਦਵਾਰ ਨਹੀਂ ਜਿੱਤ ਸਕਦਾ, ਪਰ ਵੋਟ ਬੈਂਕ ਤੋਂ ਇਨਕਾਰੀ ਨਹੀਂ ਹੋ ਸਕਦੇ। ਠੀਕ ਹੈ। ਪਰ ਦੇਖੋ ਪੋਜੀਸ਼ਨ ਉੱਥੇ ਇੱਦਾਂ ਦੀ ਨਹੀਂ। ਦੇਖੋ ਇੰਨਾ ਕੁ ਲੈਫਟ ਨੂੰ ਅੰਡਰਸਟੈਂਡਿੰਗ ਹੈ ਕਿ ਮੋਦੀ ਨੰਬਰ 1 ਹੈ, ਫਾਸਿਸਟ ਤਾਕਤ RS ਦੀ ਅਗਵਾਈ ਵਾਲੀ ਵਿਚਾਰਧਾਰਾ, ਉਹਨੂੰ ਅਸੀਂ ਹਰਾਉਣਾ। ਇਹਦੇ ਮੁਤਾਬਕ ਹੀ ਇਨਕਲੂਡ ਉੱਥੇ ਦਾਅਵੇ ਜਿਹੜੇ ਅਪਣਾਏ ਜਾਣਗੇ, ਟੈਕਟੀਕਲ ਲਾਈਨ ਅਪਣਾਈ ਜਾਊਗੀ। ਅਸੀਂ ਲੜਾਂਗੇ। ਪਰ ਫਾਰ ਐਗਜ਼ਾਮਪਲ ਵੀ ਕਿਤੇ ਇੱਦਾਂ ਦੀ ਪੋਜੀਸ਼ਨ ਹੁੰਦੀ ਹੈ ਵੀ ਸਾਡੀ ਡਿਵੀਜ਼ਨ ਦੇ ਨਾਲ ਮੋਦੀ ਜਿੱਤ ਰਿਹਾ, ਉੱਥੇ ਨੈਚੁਰਲੀ ਥੱਲੇ। CPI ਦਾ ਕੀ ਸਟੈਂਡ ਹੈ ਇਸ ਮਾਮਲੇ ਵਿੱਚ? ਅਸੀਂ ਇਕੱਠੇ ਹਾਂ ਲੈਫਟ। ਨਹੀਂ, ਉਹ ਠੀਕ ਹੈ। ਹਾਂ, ਵੈਸਟ ਬੰਗਾਲ ਦੇ ਵਿੱਚ CPM ਦਾ ਜਿਹੜਾ ਹੈ, ਜੇ ਵਿਰੋਧ ਹੁੰਦਾ, ਮੰਨ ਲਓ ਮਮਤਾ ਦੇ ਨਾਲ CPM ਨਹੀਂ ਜਾਂਦੀ, ਤਾਂ ਉੱਥੇ CPI ਦੀ ਕੀ ਭੂਮਿਕਾ ਹੋਏਗੀ? CPM ਇਕੱਠੇ ਹੀ ਹੈ ਵੈਸਟ ਬੰਗਾਲ 'ਚ ਵੀ। ਵੈਸਟ ਬੰਗਾਲ ਇਕੱਠੇ ਹੈ। ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ, ਹਾਂ, ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸੀਰੀਅਸਲੀ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਸ਼ਾਇਦ ਇਹ ਇਕੱਠੇ ਨਹੀਂ ਚੱਲਣਗੇ? ਦੇਖੋ ਇਹ 'ਚ ਵਿਰੋਧਾਭਾਸ ਇਹ ਹੈ, ਇੰਡੀਆ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਸਾਰੀਆਂ, ਹਿੰਦੁਸਤਾਨ ਦੀਆਂ ਵੱਡੀਆਂ ਪਾਰਟੀਆਂ, ਛੋਟੀਆਂ, ਸਾਰੀਆਂ ਮਿਲ ਕੇ ਉਹਨਾਂ ਨੇ ਤਾਂ ਪਲਾਨ ਕਰ ਲਿਆ ਵੀ ਸਾਨੂੰ ਸਾਰੇ ਹਿੰਦੁਸਤਾਨ 'ਚ ਯੂਨਾਈਟਿਡ ਵੇ ਨਾਲ ਅਸੀਂ 1 to 1 ਸੀਟ ਫਾਈਟ ਕਰਨਾ ਚਾਹੀਦਾ ਹੈ। ਮੈਕਸੀਮਮ ਨੂੰ ਹਾਰ ਦੇਣੀ, ਮੈਕਸੀਮਮ ਇਹਨੂੰ ਹਾਰ ਦੇਣੀ ਚਾਹੀਦੀ ਹੈ। ਪਰ ਕੁਝ ਸਟੇਟਾਂ 'ਚ ਕੰਟਰਾਡਿਕਸ਼ਨ ਹੈਗੀ ਆ। ਇੱਥੇ ਪੰਜਾਬ ਦੇ ਵਿੱਚ ਆਪ ਸਰਕਾਰ ਬਣੀ, ਇੱਥੇ ਮੇਨ ਆਪੋਜੀਸ਼ਨ ਕਾਂਗਰਸ ਹੈ ਔਰ ਕਾਂਗਰਸ ਇੰਡੀਆ 'ਚ ਮੇਰੇ ਓਪੀਨੀਅਨ ਦੇ ਮੁਤਾਬਕ ਪਿਛਲੇ ਸਮੇਂ 'ਚ ਰਾਈਜ਼ ਕੀਤੀ ਹੈ। ਐਂਟੀ ਇਨਕੰਬੈਂਸੀ ਸਮਝ ਲਓ ਜਾਂ ਇਹਨਾਂ ਦਾ ਯੂਨਾਈਟਿਡ ਵੇ ਨਾਲ ਰਾਹੁਲ ਦੀ ਅਗਵਾਈ ਥੱਲੇ ਸਾਰੇ ਹਿੰਦੁਸਤਾਨ 'ਚ ਭਾਰਤ ਜੋੜੋ ਯਾਤਰਾ ਜੋ ਕੀਤੀ ਇਹਨਾਂ ਨੇ,
ਉਹਦੇ ਨਾਲ ਹੌਸਲਾ ਇਹਨਾਂ ਨੂੰ ਹੋਇਆ ਤੇ ਔਰ ਐਂਟੀ ਇਨਕੰਬੈਂਸੀ ਦਾ ਫਾਇਦਾ ਜਿਹੜਾ ਮੋਦੀ ਦੀਆਂ ਜਿਹੜੀਆਂ ਕਾਫੀ ਐਕਸਪੋਜ਼ਰ ਸਾਰੇ ਹਿੰਦੁਸਤਾਨ 'ਚ ਹੋ ਰਿਹਾ ਸਾਰੀਆਂ ਪਾਲਿਸੀਆਂ ਤੇ ਇਕਨੋਮਿਕ ਪਾਲਿਸੀਆਂ ਤੇ ਉਹਦਾ ਫਾਇਦਾ ਸਿੱਧੇ ਤੌਰ ਤੇ ਵੱਡੀ ਪਾਰਟੀ ਨੂੰ ਹੁੰਦਾ। ਇਹ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹ ਆਪੋਜੀਸ਼ਨ ਦਾ ਰੋਲ ਅਦਾ ਕਰ ਰਹੀ ਹੈ। ਆਪ ਨੇ ਵੀ ਪਿਛਲੇ ਸਮੇਂ ਤੁਸੀਂ ਦੇਖਿਆ ਹੋਣਾ ਜੋ ਇਨ ਪਾਵਰ ਆਏ ਹੈ ਕਾਂਗਰਸ ਦੇ ਉੱਤੇ ਬਹੁਤ ਵੱਡੇ ਅਟੈਕ ਕੀਤੇ ਆ ਸਾਰੇ ਜਿੰਨੇ ਵੀ ਆ ਈਡੀ ਵਿਜੀਲੈਂਸ ਬਿਊਰੋ ਵਗੈਰਾ ਲਾ ਲੂ ਕੇ ਸਾਰੇ ਉਹਨਾਂ ਦੇ ਕੀਤੇ ਆ, ਹੋਰ ਪਾਰਟੀ ਕਿਸੇ ਨੂੰ ਨਹੀਂ ਛੇੜਿਆ ਉਹਨਾਂ ਨੇ। ਇਸ ਕਰਕੇ ਥੱਲੇ ਇਹ ਔਖਾ ਕੰਮ ਹੈ, ਇਹ ਔਖਾ ਕੰਮ ਹੈ ਕਿ ਕਿਵੇਂ ਮਤਲਬ ਅਸੀਂ ਆਪੋਜੀਸ਼ਨ ਦਾ ਰੋਲ ਛੱਡ ਦਈਏ ਨੰਬਰ 1। ਸੈਕੰਡ ਹੈ ਵੀ ਦੇ ਫੀਲ ਰੈਂਕ ਐਂਡ ਫਾਈਲ ਫੀਲ ਕਰਦਾ ਜਿੱਤ ਜਾਣਾ, ਇਹ ਉਹਨਾਂ ਦੇ ਅਹਿਸਾਸ ਹੈ, ਮਤਲਬ ਕੌਨਫੀਡੈਂਸ ਹਾਈ ਹੋਇਆ। ਜਿੱਤ ਦੇ ਕਿ ਨਹੀਂ ਉਹ ਗੱਲ ਵੱਖਰੀ ਹੈ, ਪਰ ਰੈਂਕ ਐਂਡ ਫਾਈਲ ਬੜਾ ਉਤਸ਼ਾਹਤ ਹੈ ਉਹਨਾਂ ਦਾ। ਸੋ ਇਸ ਕਰਕੇ ਇਹ ਪੋਸੀਬਿਲਿਟੀ ਥੱਲੇ ਪੰਜਾਬ ਦੇ ਅੰਦਰ ਇਸੇ ਕਰਕੇ ਬਗਾਵਤ ਹੋ ਰਹੀ ਹੈ। ਜਨਰਲੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈ ਕੁਛ ਥਾਂ ਛੱਡ ਕੇ ਕੁਛ ਇੱਕੜ ਦੁੱਕੜ ਨਵਜੋਤ ਸਿੱਧੂ ਬੋਲਿਆ ਜਾਂ ਬਿੱਟੂ ਬੋਲਿਆ ਇਹੋ ਜਿਹਾ ਵੀ ਸੈਂਟਰ ਨੂੰ ਮੰਨਣਾ ਚਾਹੀਦਾ ਹੈ। ਆਫਕੋਰਸ ਸੈਂਟਰ ਦੀ ਉਹਨਾਂ ਦੇ ਜੇ ਬਾਂਹ ਮਰੋੜ ਕੇ ਕਰਨਗੇ ਤਾਂ ਕਰ ਸਕਦੇ ਹਾਂ, ਪਰ ਇਹਦਾ ਫਾਇਦਾ ਕੋਈ ਨਹੀਂ ਹੋਊ। ਥੱਲੇ ਜੇ ਪੰਜਾਬ ਖੁਸ਼ੀ ਦੇ ਨਾਲ ਜੇ ਨਹੀਂ ਕਾਂਗਰਸੀ ਮੰਨਦੇ ਨਹੀਂ ਹੋਣਾ, ਇਸ ਕਰਕੇ ਖੁਸ਼ੀ ਦੇ ਬਜਾਏ ਅੰਡਰਸਟੈਂਡਿੰਗ ਨਾਲ ਜੇ ਨਹੀਂ ਜਾਂਦੇ ਤਾਂ ਹਾਂਜੀ, ਜੇ ਅੰਡਰਸਟੈਂਡਿੰਗ ਨਾਲ ਨਹੀਂ ਮੰਨਦੇ ਤਾਂ ਫਿਰ ਉਹਦਾ ਫਾਇਦਾ ਨਹੀਂ ਹੋਣਾ। ਨਹੀਂ ਫਾਇਦਾ। ਤਾਂ ਅਜਿਹੇ ਹਾਲਾਤ ਦੇ ਵਿੱਚ ਜਿਹੜੀਆਂ ਕਮਿਊਨਿਸਟ ਪਾਰਟੀਆਂ ਨੇ ਖਾਸ ਕਰਕੇ CPM CPI CPI-ML ਇਹ ਜਿਹੜੀਆਂ ਸਾਰੀਆਂ ਪਾਰਟੀਆਂ ਇਹਨਾਂ ਦੀ ਫਿਰ ਭੂਮਿਕਾ ਕੀ ਰਹੇਗੀ? ਕੀ ਇਹ ਇਕੱਲੇ ਤੌਰ 'ਤੇ ਪੰਜਾਬ 'ਚ ਫਿਰ ਨਹੀਂ ਦੇਖੋ ਜੀ, ਪਹਿਲੀ ਗੱਲ ਤਾਂ ਹੈਗੀ ਹੈ ਸਾਰੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਪੰਜਾਬ ਦੀਆਂ ਨਾ CPI CPM CPI-ML ਔਰ ਲਿਬਰੇਸ਼ਨ ਵਾਲੇ ਜਿਹੜੇ ਚੌਥੇ ਮੰਗਤ ਰਾਮ ਪਾਸਲਾ ਇਹ ਸਾਰਾ ਦੀ ਇੱਕੋ ਲਾਈਨ ਆ। ਅਸੀਂ ਸਾਰੇ ਇਸ ਗੱਲ 'ਤੇ ਯੂਨਾਈਟਿਡ ਹੈ, ਸਾਨੂੰ ਇੰਡੀਆ ਦਾ ਪਾਰਟ ਹੀ ਬਣਨਾ ਚਾਹੀਦਾ ਹੈ। ਔਰ ਨਹੀਂ ਜੇ ਮੰਨ ਲਓ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਲੇ ਰੂਪ 'ਚ ਲੜਦੀ ਹੈ ਤਾਂ ਫਿਰ ਇੰਡੀਆ ਦਾ ਪਾਰਟ ਤੁਸੀਂ ਕਿਵੇਂ ਬਣ ਸਕਦੇ ਹੋ ਪੰਜਾਬ 'ਚ? ਅਸੀਂ ਦੇਖੋ ਕਿ ਤਾਂ ਸੈਂਟਰ ਦੀਆਂ ਪਾਰਟੀਆਂ ਨਾਲ ਅਸੀਂ ਡਿਸਕਸ ਕਰਾਂਗੇ, ਇਹ ਕੰਪਲੀਕੇਟਡ ਇਸ਼ੂ ਹੈ, ਕੰਪਲੀਕੇਟਡ ਸਵਾਲ ਹੈ। ਪਰ ਇਹਦੇ 'ਚ ਇਹ ਵੀ ਹੈ ਬਈ ਅਸੀਂ ਐਗਜ਼ਿਸਟੈਂਸ ਵੀ ਆਪਣੀ ਸ਼ੋਅ ਕਰਨੀ ਹੈ, ਇਹ ਵੀ ਲਿਕੁਇਡੇਟ ਹੀ ਹੋ ਜਾਣਾ ਅਸੀਂ ਕਰੀਏ ਨਾ। ਇਹ ਦਿਮਾਗ 'ਚ ਰੱਖਦਿਆਂ ਹੋਇਆਂ ਕਿਸੇ ਦਾ ਫਾਇਦਾ ਕੋਈ BJP ਅਕਾਲੀ ਨਾ ਲੈ ਜਾਵੇ, BJP ਵਾਲੇ ਖਾਸ ਤੌਰ 'ਤੇ, ਕਿਉਂਕਿ ਅਕਾਲੀਆਂ ਨੇ ਪਿਛਲੇ ਸਮੇਂ 'ਚ ਇੱਕ ਵਾਰ ਨਹੀਂ ਦਰਜਨਾਂ ਵਾਰ ਕਲੀਅਰ ਕੀਤਾ ਕਿ ਅਸੀਂ BJP ਨਾਲ ਨਹੀਂ ਜਾ ਰਹੇ। ਇਹ ਅਸੀਂ ਲੈਫਟ ਵਾਲਿਆਂ ਨੂੰ ਔਰ ਡੈਮੋਕ੍ਰੈਟਿਕ ਫੋਰਸ ਨੂੰ ਵੈਲਕਮ ਕਰਨ ਵਾਲੀ ਗੱਲ ਹੈ ਵੀ ਚੰਗੀ ਗੱਲ ਹੈ। ਅਸੀਂ ਤਾਂ ਇਹ ਵੀ ਕਹਿੰਦੇ ਪੰਜਾਬ ਵਾਲੇ ਸਾਡਾ ਬੇਸ ਪੁਰਾਣਾ ਲੈਫਟ ਦਾ ਤੇ ਬੱਬਰਾਂ ਅਕਾਲੀਆਂ ਦਾ ਸਾਰਾ ਅਸੀਂ ਸਾਂਝਾ ਸੀਗਾ, ਤੇ ਜੇ RS ਤੇ BJP ਨਾਲੋਂ ਇਹ ਦੂਰ ਹੁੰਦੇ ਆ ਔਰ ਬਲਕਿ ਇੰਡੀਆ ਦਾ ਪਾਰਟ ਬਣਦੇ ਆ ਤਾਂ ਪੰਜਾਬ ਵਾਸਤੇ ਤਾਂ ਬੜੀ ਵੱਡੀ ਵੈਲਕਮ ਕਰਨ ਵਾਲੀ ਗੱਲ ਹੋਈ। ਇਹਦਾ ਮਤਲਬ ਹੈ ਕਿ ਕਮਿਊਨਿਸਟ ਫਿਰ ਅਕਾਲੀ ਦਲ ਨਾਲ ਜਾਣਗੇ? ਨਹੀਂ, ਅੱਜ ਦੀ ਸਿਚੁਏਸ਼ਨ ਨਹੀਂ, ਪਰ ਦੇਖੋ ਇਹਦੀ ਲੌਂਗ ਰਨ ਇਹ ਸਕੋਪ ਵੀ ਬਣ ਸਕਦਾ ਜੇ ਉਹ ਐਂਟੀ RSS ਡਟ ਕੇ ਐਂਟੀ BJP ਖੜੇ ਰਹਿੰਦੇ, ਕਮਿਟਮੈਂਟ ਉਹਨਾਂ ਦੀ ਰਹਿੰਦੀ ਕਿ ਅਸੀਂ ਕਿਤੇ ਵੀ ਨਹੀਂ ਜਾਵਾਂਗੇ, ਫਿਰ ਸੋਚਿਆ ਜਾ ਸਕਦਾ। ਲੋਕ ਸਭਾ ਦੇ ਦੌਰਾਨ ਵੀ ਅਸੀਂ ਸੋਚ ਸਕਦੇ ਹਾਂ। ਮਤਲਬ ਹੈ ਜੇ ਦੇਖੋ ਸਾਡੀ ਪ੍ਰੈਫਰੈਂਸ ਇਹ ਹੈ ਕਿ ਅਸੀਂ ਵੀ ਆਰ ਪਾਰਟ ਐਂਡ ਪਾਰਸਲ ਆਫ ਦੀ ਇੰਡੀਆ, ਅਸੀਂ ਚਾਹਾਂਗੇ ਸਾਨੂੰ ਐਡਜਸਟ ਕੀਤਾ ਜਾਵੇ ਲੈਫਟ ਵਾਲੇ ਜਿਹੜੇ ਸਾਡੇ ਇਹਦੇ ਨਾਲ ਰਹੀਏ ਅਸੀਂ। ਪਰ ਇਨ ਕੇਸ ਜੇ ਸਾਡਾ ਕੋਈ ਸੁਣਦਾ ਹੀ ਨਹੀਂ, ਜਵਾਬ ਨਹੀਂ ਹੁੰਦਾ ਇਹਨਾਂ ਦਾ, ਇਟ ਡਿਪੈਂਡਸ ਅਪਾਨ ਦੀ ਕਾਂਗਰਸ। ਜੇ ਕਾਂਗਰਸ ਵਾਲੇ ਜਾਂ ਆਪ ਵਾਲੇ ਜਿੱਦਾਂ ਦੀ ਅਫਵਾਹ ਚੱਲ ਰਹੀ ਹੈ ਉਤੋਂ ਸੈਂਟਰ ਵਾਲਿਆਂ ਨੇ ਤਾਂ ਕਰ ਦਿੱਤਾ 7-6 ਦਾ ਕਰ ਲਓ, ਹੁਣ 7-6 ਹੁੰਦਾ ਤਾਂ ਉਹ 'ਚ ਲੈਫਟ ਨੂੰ ਹੋਰ ਡੈਮੋਕ੍ਰੇਟ ਪਾਰਟੀ ਕਿਸੇ ਨੂੰ ਹਿੱਸਾ ਹੈ ਹੀ ਨਹੀਂ ਕੋਈ। ਫਿਰ ਪਰ ਇਹ ਬੜੀ ਅਜੀਬ ਸਿਚੁਏਸ਼ਨ ਆ ਕਿ ਤੁਹਾਡਾ ਕੌਮੀ ਪੱਧਰ 'ਤੇ ਅਲਾਇੰਸ ਹੋਵੇ ਔਰ ਅੱਗੇ ਆ ਕੇ ਕੁਝ ਰਾਜਾਂ ਦੇ ਵਿੱਚ ਤੁਹਾਡਾ ਅਲਾਇੰਸ ਨਾ ਹੋਵੇ, ਤਾਂ ਇਹਦਾ ਮਤਲਬ ਇਹ ਆ ਕਿ ਭਾਰਤੀ ਜਨਤਾ ਪਾਰਟੀ ਜਾਂ ਜੇ ਕੱਲ੍ਹ ਨੂੰ NDA ਬਣਦਾ ਹੈ ਤਾਂ ਉਹਨਾਂ ਨੂੰ ਇੱਕ ਤੁਹਾਡੇ ਖਿਲਾਫ ਪ੍ਰਚਾਰ ਦਾ ਇੱਕ ਸਾਧਨ ਮਿਲਦਾ ਆ ਕਿ ਇਕੱਠੇ ਨਹੀਂ ਹੈਗੇ, ਉਹਦਾ ਫਿਰ ਉਲਟ ਅਸਰ ਹੋਏਗਾ। ਨਹੀਂ ਦੇਖੋ, ਮੈਂ ਪਹਿਲਾਂ ਵੀ ਗੱਲ ਕਲੀਅਰ ਕੀਤੀ ਸੀ, ਕਮਿਊਨਿਸਟ ਪਾਰਟੀਆਂ ਇੰਡੀਆ ਦੀਆਂ ਕੋਈ ਵੀ ਅਸੀਂ ਇੱਦਾਂ ਦਾ ਦਾਅਪੇਸ਼ ਨਹੀਂ ਅਪਣਾਵਾਂਗੇ ਜਿਨ੍ਹਾਂ ਨਾਲ ਫਾਇਦਾ BJP ਨੂੰ ਹੁੰਦਾ ਹੋਵੇ। ਅਸੀਂ ਆਫਕੋਰਸ ਇਲੈਕਸ਼ਨਾਂ ਦੇ ਆਖਰੀ ਦਿਨਾਂ ਵਿੱਚ ਵੀ ਬੜਾ ਕੁਛ ਹੋ ਜਾਂਦਾ, ਪਹਿਲਾਂ ਵੀ ਬੜਾ ਹੁੰਦਾ, ਦੇਖਾਂਗੇ। ਜੇ ਕਿਤੇ ਵੀ ਸਾਡੀ ਹੋਂਦ ਹੈ, ਫਾਰ ਐਗਜ਼ਾਮਪਲ ਅਸੀਂ ਲੜ ਰਹੇ ਹਾਂ, ਅਸੀਂ ਵੀ ਲੜ ਰਹੇ ਹਾਂ, ਕਾਂਗਰਸ ਵੀ ਲੜ ਰਹੀ ਹੈ ਔਰ BJP ਵੀ ਲੜ ਰਹੀ ਹੈ, ਤਾਂ ਐਂਡ ਜਾ ਕੇ ਅਸੀਂ ਪੋਲਰਾਈਜੇਸ਼ਨ ਇੱਦਾਂ ਦੀ ਹੁੰਦੀ ਹੈ ਕਿ ਉੱਥੇ BJP ਜਿੱਤ ਰਹੀ ਹੈ, ਅਸੀਂ ਨਹੀਂ ਜਿੱਤਣ ਦੇਵਾਂਗੇ, ਅਸੀਂ ਹਾਰ ਰਹੇ ਹਾਂ ਤਾਂ ਅਸੀਂ ਡੈਫੀਨੇਟਲੀ। ਕਿੰਨਾ ਕੁ ਕਮਿਊਨਿਸਟ ਦਾ ਆਧਾਰ ਹੈ ਪੰਜਾਬ ਦੇ ਵਿੱਚ ਜਿੰਨੀਆਂ ਪਾਰਟੀਆਂ ਹੈ ਤੁਹਾਡੀਆਂ ਸਾਰੀਆਂ? ਦੇਖੋ ਜੇ ਵੇਖਿਆ ਜਾਵੇ ਤਾਂ ਆਧਾਰ ਐਜ਼ ਏ ਹੋਰ ਕਮਿਊਨਿਸਟ ਆਧਾਰ ਹੈ, ਕਾਫੀ ਹੈ।
ਅਨਫਾਰਚੂਨੇਟਲੀ ਅਸੀਂ ਇੱਕ ਨਹੀਂ, ਡਿਵਾਈਡਡ ਹੈ ਔਰ ਸਾਡੀ ਤਾਕਤ ਵੀ ਹੈ, ਸਾਡੀ ਵਿਚਾਰਧਾਰਾ ਵੀ ਲੋਕਾਂ 'ਚ ਗਈ ਹੈ, ਯੰਗਰ ਬੰਦਿਆਂ 'ਚ ਹੋਰ ਬਹੁਤ ਸਾਰੇ ਗਈ ਹੈ, ਪਰ ਅਨਫਾਰਚੂਨੇਟਲੀ ਅਸੀਂ ਡਿਵਾਈਡਡ ਹੈ, ਡਿਵਾਈਡਡ ਹਾਊਸ ਹੈ। ਔਰ ਉਹਦੇ ਵਿੱਚ ਘੱਟੋ ਘੱਟ ਤੁਸੀਂ ਕਿਸਾਨ ਅੰਦੋਲਨ 'ਚ ਦੇਖਿਆ, ਘੱਟੋ ਘੱਟ 32 ਜਥੇਬੰਦੀਆਂ ਉਹ ਸਾਰੇ ਕੌਮਿਸਟ ਹੈ, ਹੁਣ ਰੰਗ ਬਿਰੰਗੇ ਕੌਮਿਸਟ ਹੈ ਜਿਹੜੇ, ਔਰ ਜੇ ਇਕੱਠੇ ਹੋ ਕੇ ਲੜੇ ਹੈ ਤਾਂ ਮੋਦੀ ਵਰਗੇ ਏਡੇ ਫਾਸਿਸਟ ਨੂੰ ਗੋਡੇ ਨਾਲ ਲਵਾਤੀਆਂ। ਇਹਦਾ ਮਤਲਬ ਹੋਰ ਤਾਂ ਕੋਈ ਨਹੀਂ ਸੀ। ਕਿਸਾਨਾਂ ਦੇ ਵਿੱਚ ਜਿਹੜੀ ਮੂਵਮੈਂਟ ਲੜੀ ਗਈ ਹੈ ਉਹਦੇ 'ਚ ਮੇਰਾ ਨਹੀਂ ਖਿਆਲ ਕੋਈ ਅਕਾਲੀ ਪਾਰਟੀ ਜਾਂ ਕੋਈ ਆਪ ਵਾਲੇ ਜਾਂ ਕੋਈ ਕਾਂਗਰਸ ਵਾਲੇ ਹੋਣ, ਲੀਡਿੰਗ ਫੋਰਸ ਸਾਡੀ ਸੀ, ਲੈਫਟ ਦੀ ਸੀ। ਨਹੀਂ, ਪਰ ਜੇ ਤੁਸੀਂ ਉੱਥੇ ਇਹ ਕਹਿੰਦੇ, ਉੱਥੇ ਜੇ ਕਿਸਾਨ ਯੂਨੀਅਨਾਂ ਦੀ ਬਜਾਏ ਜੇ ਕਮਿਊਨਿਸਟ ਪਾਰਟੀਆਂ ਹੁੰਦੀਆਂ ਤਾਂ ਫਿਰ ਕੀ ਬਣਦਾ? ਨਹੀਂ, ਇਹ ਤਾਂ ਦੇਖੋ, ਤਾਂ ਸਟ੍ਰੈਟਜੀਕਲੀ ਕੁਦਰਤੀ ਤੌਰ ਤੇ ਨਹੀਂ, ਪਰ ਧੋਖੇ ਵਿੱਚ ਰੱਖ ਕੇ ਕਮਿਊਨਿਸਟ ਕਦੋਂ ਚੋਣਾਂ ਲੜਦੇ ਰਹੇ, ਕਦੋਂ ਜਿੱਤਦੇ ਰਹੇ ਯੁੱਧ। ਨਹੀਂ ਮਦਨ ਜੀ, ਧੋਖਾ ਨਹੀਂ ਹੈ, ਇਹ ਤਾਂ ਬੜੀ ਟਰਾਂਸਪੇਰੈਂਟ ਪਾਲਿਸੀ ਸੀ, ਬੜੀ ਕਲੀਅਰ। ਕੀ ਕਲੀਅਰ ਪਾਲਿਸੀ ਸੀ ਕਿ ਇਹ ਕਮਿਊਨਿਸਟ ਇਕੱਲੇ ਨਹੀਂ ਲੜ ਸਕਦੇ, ਇਹ ਤਾਂ ਪੰਜਾਬ ਦੇ ਲੋਕਾਂ ਦੀ ਲੜਾਈ ਸੀ, ਤੇ ਪੰਜਾਬ ਦੇ ਲੋਕਾਂ ਦੀ ਲੜਾਈ 'ਚ ਸਾਰੀਆਂ ਪੋਲੀਟੀਕਲ ਫੋਰਸਸ ਹੈ। ਮੇਰੇ ਕਹਿਣ ਦਾ ਭਾਵ ਇਹ ਆ ਕਿ ਜੇ ਸੀਪੀਆਈ ਦੇ ਝੰਡੇ ਥੱਲੇ, ਸੀਪੀਐਮ ਦੇ ਝੰਡੇ ਥੱਲੇ, ਲਿਬਰੇਸ਼ਨ ਦੇ ਝੰਡੇ ਥੱਲੇ, ਐਮਐਲ ਵਾਲੇ ਆਪਣੇ ਝੰਡੇ ਥੱਲੇ, ਜੇ ਸਾਰੇ ਇਸ ਤਰ੍ਹਾਂ ਚੋਣ ਲੜਦੇ ਆ ਆਪਣੇ ਆਪ ਨੂੰ ਓਪਨ ਕਰਕੇ, ਤਾਂ ਕਿੰਨਾ ਕੁ ਆਧਾਰ ਆ ਪੰਜਾਬ 'ਚ? ਨਹੀਂ ਦੇਖੋ, ਜੇ ਤਾਂ ਮੈਂ ਆਧਾਰ ਦੇਖੋ, ਅਸੀਂ ਅੱਜ ਦੀ ਸਿਚੁਏਸ਼ਨ 'ਚ ਐਡੀ ਵੱਡੀ ਪਾਰਟੀ ਤਾਂ ਲੈਫਟ ਹੈ ਨਹੀਂ ਕਿ ਜਿੱਤਣ ਦੇ ਪੋਸੀਬਿਲਿਟੀ ਹੋਵੇ, ਪਰ ਵੋਟਾਂ ਚੰਗੀਆਂ ਲਿਜਾ ਸਕਦੇ ਹਾਂ। ਫਾਰ ਐਗਜ਼ਾਮਪਲ, ਜੇ ਅਸੀਂ ਜਿਹੜੇ ਇਹ 7-8 ਗਰੁੱਪ ਹੈ ਸਾਰੇ ਇਕੱਠੇ ਹੋ ਜਾਂਦੇ ਆ ਤਾਂ ਵੀ ਆਰ ਏ ਫੋਰਸ। ਅਨਫਾਰਚੂਨੇਟਲੀ ਅਸੀਂ ਇਕੱਠੇ ਨਹੀਂ ਹੁੰਦੇ। ਗੱਲ ਅਗਰਾਹੋਂ ਤੋਂ ਲੈ ਕੇ ਸੀਪੀਆਈ ਸੀਪੀਐਮ ਤੱਕ ਸਾਰੇ ਜੇ ਇਕੱਠੇ ਐਮਐਲ ਤੇ ਔਰ ਬਾਸਲਾ ਹੁੰਦੇ ਆ ਤਾਂ ਸਾਡੀ ਇੱਕ ਫੋਰਸ ਹੈਗੀ ਹੈ, ਅਤੇ ਸਾਈਜੇਬਲ ਸਾਡੀਆਂ ਟ੍ਰੇਡ ਯੂਨੀਅਨਾਂ, ਸਾਡੀ ਕਿਸਾਨ ਮੂਵਮੈਂਟ, ਸਾਡੇ ਖੇਤ ਮਜ਼ਦੂਰ ਸਭਾ, ਸਾਡੀ ਮਨਰੇਗਾ, ਅਸੀਂ ਇਹ ਸਾਰੇ ਲੈਫਟ ਹੀ ਆ, ਹੋਰ ਕਾ ਹੋਣਾ? ਇਹ ਸੁਖਦਰਸ਼ਨ ਹੋਣੇ ਤੇ ਗੁਰਾਹ ਹੋਣੇ ਸਾਰੇ ਤੁਹਾਡੇ ਨਾਲ ਚੱਲਣ ਨੂੰ ਤਿਆਰ ਨੇ? ਨਹੀਂ, ਇਹ ਅਜੇ ਨਹੀਂ ਅਸੀਂ ਆਪ ਦੀ ਗੱਲਬਾਤ ਕੀਤੀ ਕੋਈ ਲੈਫਟ ਦੀ, ਕਿਉਂਕਿ ਉਹਨਾਂ ਦੀ ਸੋਚ ਵੱਖਰੀ ਹੈ। ਬਹੁਤ ਸਾਰੇ ਐਲੀਮੈਂਟ ਇੱਦਾਂ ਦੇ ਹੈ, ਉਹ ਬਾਈਕਾਟ ਕਰਦੇ ਇਲੈਕਸ਼ਨਾਂ ਦਾ। ਨਕਸਲਾਈਟ ਮੂਵਮੈਂਟ ਜਿਹੜੇ ਇਹਨਾਂ 'ਚੋਂ ਐਮਐਲ ਵਾਲੇ ਬਹੁਤ ਸਾਰੇ ਗਰੁੱਪ ਹੈ, ਉਹ ਜਿੱਥੋਂ ਤੱਕ ਮੋਦੀ ਨੂੰ ਲੜਨ ਦਾ ਸਵਾਲ ਹੈ, ਪੋਲੀਟੀਕਲੀ ਅਸੀਂ ਲੜੀ ਜਾਵਾਂਗੇ, ਸਾਡੇ ਨਾਲ ਹੈ, ਪਰ ਜੋ ਵੋਟਾਂ ਦਾ ਸਵਾਲ ਆਉਂਦਾ ਤਾਂ ਬਾਈਕਾਟ ਕਰਕੇ ਬਹਿ ਜਾਂਦੇ ਆ, ਜਿਹੜਾ ਕਿ ਮੈਂ ਸਮਝਦਾ ਵੀ ਇਹ ਅੱਜ ਦੀ ਸਿਚੁਏਸ਼ਨ ਠੀਕ ਨਹੀਂ। ਪਰ ਪਿਛਲੀ ਵਾਰ ਤਾਂ ਉਹਨਾਂ ਨੇ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਵਿੱਚ ਪੂਰੀ ਵਾਹ ਲਾਈ ਸੀ। ਬਿਲਕੁਲ ਲਾਈ। ਫਿਰ ਉਹ ਹੁਣ ਜਵਾਬ ਦੇਣਾ ਪਊਗਾ ਲੋਕਾਂ ਨੂੰ, ਹੁਣ ਦੇਣ ਦਾ ਜਵਾਬ। ਜੇ ਇਹਨਾਂ ਨੇ ਇਹ ਕੀਤਾ, ਹੁਣ ਦੇ ਆਰ ਰਿਸਪੌਂਸੀਬਲ ਫਾਰ ਦੈਟ, ਓਪਨਲੀ ਕੀਤਾ, ਸਾਰੇ ਪੰਜਾਬ 'ਚ ਕੀਤਾ। ਪਰ ਪਾਸਲਾ ਧੜਾ ਤੇ ਸੀਪੀਐਮ ਦਾ ਜਿਹੜਾ ਹੈ, ਇਹ ਇਕੱਠੇ ਚੱਲਣ ਨੂੰ ਤਿਆਰ ਹੋਣਗੇ? ਅੱਜ ਦੀ ਸਿਚੁਏਸ਼ਨ 'ਚ ਔਖਾ, ਪਰ ਜਿੱਥੋਂ ਤੱਕ ਦੇਖੋ ਨਾ, ਸਟ੍ਰੈਟਜੀਕਲੀ ਤਾਂ ਇਹ ਸਾਰੇ ਸਣੇ ਪਾਸਲਾ, ਸਣੇ ਸੀਪੀਆਈ, ਸਣੇ ਸੀਪੀਐਮ, ਅਸੀਂ ਐਨਡੀਏ ਦੇ ਪਾਰਟ ਹੈ, ਅਸੀਂ ਵੀ ਸਪੋਰਟ ਐਨਡੀਏ, ਸਪਾਰਟ ਪਾਸਲਾ ਹੋਵੇ ਨਾ ਹੋਵੇ, ਸਪੋਰਟ ਵੈਰੀ ਕੈਟਾਗਰੀਕਲੀ। ਐਮਐਲ ਵਾਲੇ, ਲਿਬਰੇਸ਼ਨ ਵਾਲੇ ਵੀ ਸਾਰੇ ਕਰਾਂਗੇ ਅਸੀਂ। ਉਹਦੇ 'ਚ ਦੇਖਾਂਗੇ ਕੀ ਐਡਜਸਟਮੈਂਟ ਕਿਵੇਂ ਹੁੰਦੀ, ਕਿਵੇਂ ਨਹੀਂ। ਇਹ ਮੋਟੀ ਨਿਸ਼ਾਨਾ ਜਿਹੜਾ ਮੋਦੀ ਨੂੰ ਹਰਾਉਣ ਦਾ, ਉਹ 'ਚ ਇਕੱਠੇ ਸਾਰੇ ਐਵਰੀਬਾਡੀ, ਬਾਵਜੂਦ ਡਿਫਰੈਂਸ ਤਾਂ ਹੈਗੇ ਆ, ਦੋਡੀ ਪਾਰਟੀ ਇਸੇ ਕਰਕੇ ਹੈ ਜੇ ਡਿਫਰੈਂਸ ਹੈ ਤਾਂ, ਪਰ ਅਸੀਂ ਇੱਥੇ ਇਕੱਠੇ ਸਾਰੇ ਲੈਫਟ। ਈਵਨ ਅੱਜ ਦੀ ਸਿਚੁਏਸ਼ਨ ਨਕਸਲਾਈਟ ਗਰੁੱਪ ਜਿਹੜੇ ਵੋਟਾਂ 'ਚ ਵਿਸ਼ਵਾਸ ਨਹੀਂ ਕਰਦੇ, ਉਹ ਵੀ ਇਸ ਗੱਲ 'ਤੇ ਸਹਿਮਤ ਹੈ ਵੀ ਮੋਦੀ ਜ਼ਰੂਰ ਹਰਾਉਣਾ ਚਾਹੀਦਾ। ਜਦੋਂ ਤੁਸੀਂ ਕਮਿਊਨਿਸਟ ਲਹਿਰ ਨਾਲ ਤੁਰੇ ਸੀ ਜਵਾਨ ਉਮਰ 'ਚ, ਉਹਨਾਂ ਸਮਿਆਂ ਵਿੱਚ ਤੇ ਅੱਜ ਦੇ ਸਮੇਂ ਵਿੱਚ ਤੁਹਾਨੂੰ ਕੀ ਫਰਕ ਲੱਗਦਾ ਹੈ? ਯਾਨੀ ਕਿ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਪੰਜਾਬ ਦੇ ਅੰਦਰ ਸੀਪੀਆਈ ਇੱਕ ਸਮੇਂ ਮੁੱਖ ਵਿਰੋਧੀ ਧਿਰ ਹੈਗੀ ਸੀ ਸਿਆਸਤ ਦੇ ਵਿੱਚ, ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਸੀਪੀਆਈ ਆਪਣਾ ਆਧਾਰ ਕਿਵੇਂ ਪੰਜਾਬ 'ਚ ਗਵਾ ਚੁੱਕੀ ਹੈ। ਤੋ ਅਜਿਹੇ ਹਾਲਾਤ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਆ ਕਿ ਜਿਹੜਾ ਉਹ ਸਮਾਂ ਸੀ ਤੇ ਅੱਜ ਦਾ ਸਮਾਂ ਆ, ਇਹਦੇ ਵਿੱਚ ਤੁਹਾਨੂੰ ਹਾਲੇ ਵੀ ਤੁਸੀਂ ਉਮੀਦ ਲਾਈ ਬੈਠੇ ਹੋ? ਤੁਸੀਂ ਨਾ ਉਮੀਦ ਨਹੀਂ ਹੋਏ, ਮੈਨੂੰ ਚੰਗੀ ਗੱਲ ਲੱਗੀ ਹੈ, ਲੇਕਿਨ ਤੁਸੀਂ ਨਾਲ ਦੇ ਨਾਲ ਇਹ ਵੀ ਗੱਲ ਕਰਦੇ ਹੋ ਕਿ ਜੇ 8 ਪਾਰਟੀਆਂ ਜਿਹੜੀਆਂ ਸਾਡੀਆਂ ਹੈਗੀਆਂ ਪੰਜਾਬ 'ਚ ਐਕਟਿਵ, ਜੋ ਸਾਰੀਆਂ ਇਕੱਠੀਆਂ ਚੱਲਦੀਆਂ ਤਾਂ ਕੁਛ ਹੋ ਜਾਊਗਾ। ਜੇ ਮੰਨ ਲਓ ਕਿ ਤੁਹਾਡੇ ਨਾਲ ਸੀਪੀਐਮ, ਮੈਂ ਬਹੁਤ ਵਾਰ ਵੇਖਿਆ ਕਿ ਸੀਪੀਐਮ ਦੇ ਜੇ ਉਹਨੂੰ ਸੱਦਾ ਪੱਤਰ ਆ ਜਾਂਦਾ ਕਿਤੋਂ ਹੋਰ, ਤਾਂ ਹੋਰ ਕਿਤੇ ਵੀ ਜਾ ਸਕਦੇ ਆ, ਤਾਂ ਤੁਹਾਨੂੰ ਹਾਲੇ ਵੀ ਉਮੀਦ ਹੈ ਕਿ ਤੁਸੀਂ ਟੁੱਟੋਗੇ ਨਹੀਂ, ਤੁਹਾਨੂੰ
ਇਹ ਉਮੀਦ ਹੈ ਕਿ ਸੀਪੀਐਮ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰੇਗੀ ਜਾਂ ਕਾਂਗਰਸ ਨਾਲ ਸਮਝੌਤਾ ਨਹੀਂ ਕਰੇਗੀ। ਪਿਛਲੀ ਵਾਰ ਤੁਹਾਡਾ ਇਹ ਹਾਲਤ ਹੋਈ ਸੀ। ਦੇਖੋ, ਜਿੱਥੇ ਤੱਕ ਪਹਿਲਾ ਸਵਾਲ ਹੈ ਤੁਹਾਡਾ ਵੀ ਜਦੋਂ ਅਸੀਂ ਸਟੂਡੈਂਟ ਮੂਵਮੈਂਟ 'ਚ ਆਏ ਹਾਂ ਜੀ। ਤੇ ਅੱਜ ਦੇ ਸਮੇਂ 'ਚ ਕੀ ਫਰਕ ਹੈ? ਫਰਕ ਤਾਂ ਹੈਗਾ, ਬੁਨਿਆਦੀ ਫਰਕ ਹੈ ਬਹੁਤ ਵੱਡਾ। ਉਹ ਦਿਨ ਸੀ ਜਦੋਂ ਸਟੂਡੈਂਟ ਮੂਵਮੈਂਟ ਸਾਡੀ ਸੀ, ਪੰਜਾਬ ਦੇ ਅੰਦਰ ਸਾਡੀ ਲੈਫਟ ਦੀ ਮੋਨੋਪੋਲੀ ਸੀ। ਇਹ ISF ਸਾਡੇ ਕੋਲੇ ਸੀ, SFI CPM ਕੋਲੇ ਸੀ, ਔਰ MLA ਕੋਲੇ PSU ਸੀ, ਪੰਜਾਬ ਸਟੂਡੈਂਟ ਯੂਨੀਅਨ। ਤੀਜੀ ਕੋਈ ਫੋਰਸ ਹੈ ਹੀ ਨਹੀਂ ਸੀ ਸਾਰੇ ਪੰਜਾਬ 'ਚ। ਇਵੇਂ ਕਾਲਜ ਟੀਚਰਾਂ ਸੀ, ਇਵੇਂ ਸਕੂਲ ਦੇ ਟੀਚਰਾਂ ਸੀ। ਮਤਲਬ ਇੰਟੈਲੀਜੈਂਸੀਆ ਤੇ ਬੁੱਧੀਜੀਵੀ 'ਚ ਲੈਫਟ ਦਾ ਬੜਾ ਪਾਵਰਫੁਲ ਰੋਲ ਸੀ, ਬੜਾ ਪਾਵਰਫੁਲ। ਸਾਡੇ ਕੋਈ ਸੀ ਟਿਕਟ ਨੂੰ ਥਾਂ ਨਹੀਂ ਦਿੰਦੇ ਸੀ ਕਿਸੇ ਨੂੰ। ਅਸੀਂ ਰਾਤ ਨੂੰ ਹੜਤਾਲ ਦੀ ਕਾਲ ਦੇਣੀ ਤੇ ਸਾਰਾ ਪੰਜਾਬ ਬੰਦ ਹੋ ਜਾਂਦਾ ਸੀਗਾ। ਬਿਲਕੁਲ ਅਸੀਂ ਲੜੇ ਇਹ, ਪਰ ਸਾਨੂੰ ਸੱਟਬਾਕ ਵੱਜੀ ਜਦੋਂ ਇਹ ਕਮਿਊਨਿਸਟ ਪਾਰਟੀਆਂ ਲੀਰੋ ਲੀਰ ਹੁੰਦੀਆਂ ਗਈਆਂ, ਡਿਵੀਜ਼ਨ ਤੋਂ ਆਫਟਰ ਡਿਵੀਜ਼ਨ ਹੁੰਦੀਆਂ ਹੀ ਗਈਆਂ ਲਗਾਤਾਰ। ਇੱਕ ਦੂਸਰਾ ਕਿ ਸਿਚੁਏਸ਼ਨ ਜਿਹੜੀ ਹੈ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਕਮਿਊਨਿਸਟਾਂ ਦੇ ਮਾਫਕ ਨਹੀਂ ਰਹੀ ਕਿ ਸਾਨੂੰ ਕ੍ਰਾਈਸਿਸ 'ਚ ਅਸੀਂ ਫਸ ਗਏ। ਸੋਵੀਅਤ ਯੂਨੀਅਨ ਟੁੱਟ ਗਿਆ, ਇਹਦਾ ਸਾਰੀ ਵਰਲਡ 'ਚ ਪ੍ਰਭਾਵ ਪੈਣਾ ਸੀ ਵੀ ਕਮਿਊਨਿਸਟ ਯਾਰ ਤੁਹਾਡਾ ਤਾਂ ਕਮਿਊਨਿਸਟ ਜਿਹੜਾ ਵੱਡਾ ਗੜ੍ਹ ਸੀ, ਤੁਸੀਂ ਹੁਣ ਕਿੱਥੇ ਹੈ? ਇਹ ਸਾਨੂੰ ਜਵਾਬ ਦੇਣੇ ਪੈਣੇ ਸੀ। ਸੈਕੰਡ, ਇੱਥੇ ਅੱਤਵਾਦ ਨੇ ਸਾਨੂੰ ਲੈਫਟ ਨੂੰ ਬਹੁਤ ਵੱਡਾ ਨੁਕਸਾਨ ਕੀਤਾ। 30,000 ਬੰਦੇ ਮਾਰੇ ਗਏ, ਸਾਡੀਆਂ ਸਾਰੇ ਕਮਿਊਨਿਸਟਾਂ ਦੇ ਕਮਿਊਨਿਸਟ ਮਾਰੇ ਗਏ, ਪਰਿਵਾਰਾਂ ਦੇ ਪਰਿਵਾਰ ਮਾਰੇ ਗਏ, ਕਾਲਜਾਂ 'ਚ ਖਤਮ ਹੋ ਗਈ ਸਟੂਡੈਂਟ ਟੀਚਰ ਮੂਵਮੈਂਟ ਸਾਰੀ। ਸਾਨੂੰ ਮੁੜ ਕੇ ਆਪਣੇ ਪੈਰ ਲਾਉਣੇ ਉਸ ਸਮੇਂ 'ਚ ਔਖੇ ਹੋ ਗਏ ਸੀ। ਹੌਲੀ ਹੌਲੀ ਮੁੜ ਕੇ ਸਰਵਾਈਵ ਕਰ ਰਹੇ ਹਾਂ। ਇਹ ਕੁਝ ਗੱਲਾਂ ਸੀ ਜਿਹੜੀਆਂ ਸਾਨੂੰ ਐਨਵਾਇਰਨਮੈਂਟ ਨੇ ਸਾਨੂੰ ਨੁਕਸਾਨ ਦਿੱਤਾ। ਨਹੀਂ, ਸਰਵਾਈਵ ਕਰਨ ਦਾ ਮਾਮਲਾ ਹੈ, ਮਤਲਬ ਇੱਥੋਂ ਤੱਕ ਨੌਬਤ ਆ ਗਈ ਕਿ ਸਰਵਾਈਵ ਕਰ ਰਹੇ ਹੋ। ਕੀ ਮਤਲਬ ਤੁਹਾਨੂੰ ਲੱਗਦਾ ਕਿ ਕਮਿਊਨਿਸਟ ਲਹਿਰ ਮਰ ਸਕਦੀ ਹੁੰਦੀ ਹੈ, ਮਰ ਜਾਂਦੀ ਹੈ ਜਾਂ ਮਰ ਜਾਊਗੀ? ਨਹੀਂ, ਕਮਿਊਨਿਸਟ ਲਹਿਰ ਕਿਤੇ ਵੀ ਨਹੀਂ ਮਰਦੀ, ਪਰ ਉਹ 'ਚ ਡਾਊਨਫਾਲ ਆ ਜਾਂਦਾ, ਕਿਸੇ ਵੇਲੇ ਸਿਚੁਏਸ਼ਨ 'ਚ ਆ ਜਾਂਦਾ। ਹੁਣ ਸੋਵੀਅਤ ਯੂਨੀਅਨ ਟੁੱਟਿਆ ਹੀ ਅਕਸਰ 40 50 60 70 ਸਾਲਾਂ ਬਾਅਦ ਕਿਤੇ ਕ੍ਰਾਈਸਿਸ ਵੀ ਆ ਜਾਂਦੇ ਆ। ਕੁਝ ਅਸੀਂ ਜੋ ਆਪਣੇ ਆਦਰਸ਼ਾਂ ਤੋਂ ਜੋ ਦੂਰ ਹੋ ਜਾਂਦੇ ਆ ਜਾਂ ਸਿਚੁਏਸ਼ਨ ਇੱਦਾਂ ਪੈਦਾ ਹੋ ਜਾਂਦੀ ਹੈ, ਹੋ ਜਾਂਦੀਆਂ ਗੱਲਾਂ। ਪਰ ਅਸੀਂ ਆਦਰਸ਼ ਤੋਂ ਕਦੇ ਨਹੀਂ ਕਮਿਊਨਿਸਟ ਕਦੇ ਇਸ ਗੱਲੋਂ ਨਹੀਂ ਹਟਦੇ, ਇੱਕ ਆਈਡੀਆ ਦੇ ਉੱਤੇ, ਇੱਕ ਵਿਸ਼ਵਾਸ ਦੇ ਉੱਤੇ। ਇਸ ਨਾਲ ਕਿ ਜਿੰਨਾ ਚਿਰ ਲੁਟੇਰਾ ਔਰ ਲੁੱਟੇ ਜਾਣ ਵਾਲਾ ਰਹੂਗਾ, ਅਦਾਨੀ ਬਾਨੀ ਰਹਿਣਗੇ, ਸਰਕਾਰ ਉਹਨਾਂ ਦੀ ਬਣੂਗੀ, ਔਰ ਦਲਿਤਾਂ ਦੇ ਖਿਲਾਫ, ਔਰਤਾਂ ਦੇ ਖਿਲਾਫ ਰਿਪਰੈਸ਼ਨ ਹੋਊਗਾ, ਤੇ ਕਮਿਊਨਿਸਟ ਮੂਵਮੈਂਟ ਨਹੀਂ ਮਰ ਸਕਦੀ। ਕਮਿਊਨਿਸਟ ਮੂਵਮੈਂਟ ਦਾ ਜਿਉਂਦੀ ਰੋ ਇਹਨਾਂ ਵਿੱਚੋਂ ਜਿਉਂਦੀ ਹੈ। ਇਹਨਾਂ ਦੀ ਫਾਈਟ ਕਰਨ ਵਾਸਤੇ, ਲੀਡ ਕਰਨ ਵਾਸਤੇ ਕਮਿਊਨਿਸਟ ਮੂਵਮੈਂਟ ਦੀ ਨੈਸੈਸਿਟੀ ਹੈ, ਸਮਾਜ ਦੀ ਨੈਸੈਸਿਟੀ ਹੈ ਅੱਜ ਦੇ ਹਾਲਤ ਦੁਨੀਆ 'ਚ ਕਿ ਕਮਿਊਨਿਸਟ ਪਾਵਰ, ਕਮਿਊਨਿਸਟ ਮੂਵਮੈਂਟ ਰਵੇ, ਤਾਂ ਕਿ ਵਰਕਿੰਗ ਕਲਾਸ ਦੀ ਅਗਵਾਈ ਕਰਦੇ ਰਹਿਣ, ਟ੍ਰੇਡ ਯੂਨੀਅਨਾਂ ਦੀ, ਕਿਸਾਨਾਂ ਦੀ, ਅਸੀਂ ਮਾਸ ਜਨਤਕ ਜਥੇਬੰਦੀ ਦੀ ਅਗਵਾਈ ਕਰਦੇ ਰਹੀਏ। ਇਹ ਸਿਚੁਏਸ਼ਨ ਹੈ, ਨੈਸੈਸਿਟੀ ਹੈ, ਔਰ ਉਹ 'ਚ ਅਸੀਂ ਗਰੋ ਕਰਾਂਗੇ, ਕਰ ਵੀ ਰਹੇ। ਬਿਲਕੁਲ, ਕਰ ਵੀ ਰਹੇ। ਤਾਂ ਬਹੁਤ ਸ਼ੁਕਰੀਆ। ਓਕੇ, ਧੰਨਵਾਦ ਜੀ, ਧੰਨਵਾਦ, ਬਹੁਤ ਬਹੁਤ ਧੰਨਵਾਦ ਤੁਹਾਡਾ। ਕਿਉਂਕਿ ਜਿਹੜੀ ਗੱਲ ਅਸੀਂ ਕਰਨੀ ਚਾਹੁੰਦੇ ਸੀ, ਬੜੀ ਕਲੀਅਰ ਗੱਲ ਹੈਗੀ ਹੈ, ਬਹੁਤ ਇਮਾਨਦਾਰ ਨਾਲ। ਕਿਉਂਕਿ ਕਮਿਊਨਿਸਟ ਲੀਡਰ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਗੁੰਜਾਇਸ਼ ਨਹੀਂ ਹੁੰਦੀ ਕਿ ਕਿਸੇ ਤਰ੍ਹਾਂ ਦਾ ਭਰਮ ਜਿਹੜਾ ਹੈ ਉਹ ਪਾਲਿਆ ਜਾ ਸਕੇ। ਬਹੁਤ ਕਲੀਅਰ ਤੇ ਬਹੁਤ ਸਪਸ਼ਟ ਜੋ ਗੱਲਾਂ ਸਨ ਉਹ ਸਾਡੇ ਨਾਲ ਕੀਤੀਆਂ ਕਾਮਰੇਡ ਬੰਤ ਬਰਾੜ ਜੀ ਨੇ। ਅਸੀਂ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਮਾਂ ਸਮਾਪਤ ਹੋ ਰਿਹਾ ਹੈ, ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਧੰਨਵਾਦ ਜੀ।